Religion Outlook। ਅਸੀਂ ਸਭਨਾਂ ਨੇ ਅਰਦਾਸ ਸੁਣੀ ਹੈ, ਕਦੇ ਨਾ ਕਦੇ ਅਰਦਾਸ ਕੀਤੀ ਵੀ ਹੋਵੇਗੀ। ਇੱਕ ਤੇ ਉਹ ਅਰਦਾਸ ਹੈ ਜੋ ਅਸੀਂ ਕਿਸੇ ਵੀ ਪਾਠ ਦੀ ਸੰਪੂਰਨਤਾ ਤੋਂ ਬਾਅਦ ਕਰਦੇ ਹਾਂ, ਜਿਸ ਦੀ ਸ਼ੁਰੂਆਤ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਉਤੀ ਜੀ ਸਹਾਏ, ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ, ਇਹਨਾਂ ਸ਼ਬਦਾਂ ਤੋਂ ਹੁੰਦੀ ਹੈ। ਇੱਕ ਤੇ ਉਹ ਅਰਦਾਸ ਹੈ। ਫਿਰ ਉਸੇ ਹੀ ਅਰਦਾਸ ਦੇ ਵਿੱਚ ਅਸੀਂ ਅੰਤ ਵੱਲ ਨੂੰ ਜਦ ਪਹੁੰਚਦੇ ਹਾਂ ਤਾਂ ਪ੍ਰਮਾਤਮਾ ਪਾਸੋਂ ਸੁੱਖ ਸ਼ਾਂਤੀ ਮੰਗਦੇ ਹਾਂ, ਸਿਹਤਯਾਬੀ ਮੰਗਦੇ ਹਾਂ, ਤਰੱਕੀਆਂ ਮੰਗਦੇ ਹਾਂ, ਜਾਂ ਜੇਕਰ ਕਿਸੇ ਖਾਸ ਮੌਕੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਪਾਠ ਕੀਤਾ ਹੋਵੇ, ਉਹਦੇ ਬਾਬਤ ਕੁਝ ਨਾ ਕੁਝ ਉਸ ਪ੍ਰਮਾਤਮਾ ਪਾਸੋਂ ਅਸੀਂ ਮੰਗਦੇ ਹਾਂ। ਇਹ ਸਾਡੀ ਅਰਦਾਸ ਹੈ, ਇਹ ਸਾਡਾ ਤਰੀਕਾ ਹੈ। ਗੁਰੂ ਨਾਨਕ ਸਾਹਿਬ ਨੇ ਉਸ ਪ੍ਰਮਾਤਮਾ ਦੇ ਅੱਗੇ ਇੱਕ ਅਰਦਾਸ ਕੀਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 421ਵੇਂ ਅੰਗ ਦੀ ਬਾਣੀ ਦੇ ਵਿੱਚ ਅਸੀਂ ਉਸ ਅਰਦਾਸ ਦੇ ਬਾਰੇ 'ਚ ਜਾਣਨਾ ਹੈ, ਅਤੇ ਸਾਡੇ ਲਈ ਵੀ ਇੱਕ ਮੌਕਾ ਹੈ ਇਹ ਖੰਗਾਲਣ ਦਾ ਕਿ ਗੁਰੂ ਸਾਹਿਬ ਦੀ ਅਰਦਾਸ ਕਿਸ ਪ੍ਰਕਾਰ ਦੀ ਸੀ, ਸਾਡੀ ਅਰਦਾਸ ਕਿਸ ਪ੍ਰਕਾਰ ਦੀ ਹੈ, ਅਤੇ ਮੌਕਾ ਹੈ ਸਿੱਖਣ ਦਾ ਕਿ ਹੋ ਸਕੇ ਤੇ ਅਸੀਂ ਆਪਣੀ ਅਰਦਾਸ ਨੂੰ ਗੁਰੂ ਸਾਹਿਬ ਦੀ ਅਰਦਾਸ ਵਰਗੀ ਬਣਾਈਏ। ਦੂਜੀ ਗੱਲ ਜੋ ਅੱਜ ਦੀ ਗੁਰਬਾਣੀ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਣੀ ਹੈ ਉਹ ਇਹ ਹੈ ਕਿ ਫਲ ਦੇਖ ਕੇ ਅਸੀਂ ਰੁੱਖ ਦੱਸ ਸਕਦੇ ਹਾਂ ਅਤੇ ਰੁੱਖ ਦੇਖ ਕੇ ਅਸੀਂ ਫਲ ਦੱਸ ਸਕਦੇ ਹਾਂ। ਜੇਕਰ ਸਾਡੇ ਹੱਥ ਦੇ ਵਿੱਚ ਉਦਾਹਰਣ ਦੇ ਤੌਰ 'ਤੇ ਅੰਬ ਹੋਵੇ ਤੇ ਅਸੀਂ ਸਹਿਜੇ ਹੀ ਇਹ ਅੰਦਾਜ਼ਾ ਲਾ ਲੈਂਦੇ ਹਾਂ, ਇਹ ਜਾਣ ਲੈਂਦੇ ਹਾਂ ਕਿ ਇਹ ਫਲ ਜੋ ਸਾਡੇ ਹੱਥ ਵਿੱਚ ਹੈ ਅੰਬ ਦੇ ਬੂਟੇ ਤੋਂ ਆਇਆ ਹੈ। ਅੰਬ ਦੇ ਬੂਟੇ ਦੀ ਕੋਈ ਤਸਵੀਰ ਵੀ ਸਾਡੇ ਮਨ ਦੇ ਵਿੱਚ ਆ ਜਾਂਦੀ ਹੈ। ਅਤੇ ਇਸੇ ਪ੍ਰਕਾਰ ਹੀ ਜੇ ਅੰਬ ਦੇ ਬੂਟੇ ਕੋਲ ਖੜ੍ਹੇ ਹੋਈਏ ਅਤੇ ਉਹਦੇ 'ਤੇ ਲੱਗਣ ਵਾਲੇ ਫਲ ਜਾਣੀ ਕਿ ਅੰਬ ਦੀ ਤਸਵੀਰ ਸਾਡੇ ਮਨ 'ਚ ਆ ਜਾਂਦੀ ਹੈ। ਇਸ ਉਦਾਹਰਣ ਤੋਂ ਗੁਰੂ ਸਾਹਿਬ ਸਾਨੂੰ ਕੁਝ ਸਮਝਾਉਂਦੇ ਨੇ। ਉਹ ਕੀ ਹੈ ਉਹ ਵੀ ਅੱਜ ਦੇ ਅੰਗ ਦੀ ਗੁਰਬਾਣੀ ਦੇ ਵਿੱਚ ਅਸੀਂ ਜਾਣਾਂਗੇ। ਵੀਡੀਓ ਦੇ ਵਿੱਚੋਂ ਕੁਝ ਸਿੱਖਣ ਨੂੰ ਮਿਲੇ ਤੇ ਅੱਗੇ ਲੋਕਾਂ ਦੇ ਤੱਕ ਜ਼ਰੂਰ ਪਹੁੰਚਾ ਦਿਓ। ਤੇ ਆਓ ਹੁਣ ਸ਼ੁਰੂਆਤ ਕਰਦੇ ਹਾਂ। ਆਸਾ ਮਹਿਲਾ ਪਹਿਲਾ। ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ, ਵੱਡਾ ਭਾਗ ਸਤਿਗੁਰ ਮਿਲੈ ਪਾਈਐ ਪਦ ਨਿਰਬਾਣੀ। ਰੂੜੋ ਤੋਂ ਭਾਵ ਸੁੰਦਰ। ਗੁਰੂ ਸਾਹਿਬ ਕਹਿੰਦੇ, ਹੇ ਠਾਕੁਰ, ਹੇ ਮਾਲਕ, ਤੂੰ ਸੁੰਦਰ ਹੈ ਤੇ ਮਾਹਰੋ ਜਾਣੀ ਕਿ ਤੂੰ ਮਾਹਰ ਹੈ, ਸਿਆਣਾ ਹੈ। ਗੁਰੂ ਦੀ ਸੁੰਦਰ ਬਾਣੀ ਦੇ ਰਾਹੀਂ ਤੇਰੀ ਪ੍ਰਾਪਤੀ ਹੋ ਸਕਦੀ ਹੈ। ਰੂੜੀ ਗੁਰਬਾਣੀ, ਗੁਰੂ ਦੀ ਸੁੰਦਰ ਬਾਣੀ ਦੇ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ, ਪਰ ਵੱਡਾ ਭਾਗ ਸਤਿਗੁਰ ਮਿਲੈ। ਜੋ ਸਤਿਗੁਰ ਹੈ ਉਹ ਵੀ ਵੱਡੇ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਅਤੇ ਜਦੋਂ ਸਤਿਗੁਰ ਮਿਲ ਜਾਏ, ਸਤਿਗੁਰੂ ਦੀ ਗੁਰਬਾਣੀ ਸਾਨੂੰ ਮਿਲ ਜਾਏ, ਪਾਈਐ ਪਦ ਨਿਰਬਾਣੀ, ਤਾਂ ਅਸੀਂ ਉਹ ਅਵਸਥਾ ਹਾਸਲ ਕਰ ਲੈਂਦੇ ਹਾਂ ਜਿਹੜੀ ਵਾਸ਼ਨਾ ਰਹਿਤ ਹੁੰਦੀ ਹੈ। ਮੈਂ ਓਲਗੀਆਂ ਓਲਗੀ ਹਮ ਸ਼ੋਰੂ ਥਾਰੇ, ਜਿਉਂ ਤੂੰ ਰਾਖੈ ਤਿਉਂ ਰਹਾ ਮੁਖ ਨਾਮ ਹਮਾਰੇ ਰਹਾਓ। ਓਲਗੀਆ ਤੋਂ ਭਾਵ ਲਾਗੀ, ਕੰਮੀ, ਦਾਸ। ਗੁਰੂ ਸਾਹਿਬ ਕਹਿੰਦੇ, ਹੇ ਪ੍ਰਮਾਤਮਾ, ਮੈਂ ਤੇਰੇ ਦਾਸਾਂ ਦਾ ਵੀ ਦਾਸ ਹਾਂ। ਓਲਗੀਆਂ ਓਲਗੀ ਹਮ ਸ਼ੋਰੂ ਥਾਰੇ, ਸ਼ੋਰੂ ਤੋਂ ਭਾਵ ਛੋਟਾ ਜਿਹਾ ਸੇਵਕ। ਮੈਂ ਤੇਰੇ ਦਾਸਾਂ ਦਾ ਵੀ ਦਾਸ ਹਾਂ, ਤੇਰਾ ਛੋਟਾ ਜਿਹਾ ਸੇਵਕ ਹਾਂ। ਜਿਵੇਂ ਤੂੰ ਰੱਖੇ ਮੈਂ ਉਵੇਂ ਰਹਾਂ, ਮੇਰੇ 'ਤੇ ਇੰਨੀ ਮਿਹਰ ਕਰ, ਮੈਨੂੰ ਮੇਰੇ ਮੁਖ ਦੇ ਵਿੱਚ ਆਪਣਾ ਨਾਮ ਵੀ ਬਖਸ਼। ਦਰਸ਼ਨ ਕੀ ਪਿਆਸਾ ਘਣੀ, ਭਾਣੈ ਮਨ ਭਾਈਐ, ਮੇਰੇ ਠਾਕੁਰ ਹਾਥ ਵਡਿਆਈਆਂ, ਭਾਣੈ ਪਤ ਪਾਈਐ। ਪ੍ਰਭੂ ਦੀ ਰਜ਼ਾ ਅਧੀਨ ਜੀਵ ਦੇ ਅੰਦਰ ਉਸ ਪਰਮਾਤਮਾ ਦੇ ਦਰਸ਼ਨ ਦੀ ਤੀਵਰ ਤਾਂਘ ਪੈਦਾ ਹੁੰਦੀ ਹੈ। ਉਹਦੀ ਰਜ਼ਾ ਅਨੁਸਾਰ ਹੀ ਉਹ ਜੀਵ ਦੇ ਮਨ ਵਿੱਚ ਪਿਆਰਾ ਲੱਗਣ ਲੱਗਦਾ ਹੈ। ਭਾਣੈ ਮਨ ਭਾਈਐ, ਉਹਦੇ ਭਾਣੇ ਦੇ ਵਿੱਚ ਹੀ ਪਰਮਾਤਮਾ ਸਾਡੇ ਮਨ ਵਿੱਚ ਭਾਉਂਦਾ ਹੈ, ਸਾਨੂੰ ਪਿਆਰਾ ਲੱਗਦਾ ਹੈ। ਪਿਆਰੇ ਠਾਕੁਰ ਦੇ, ਪਿਆਰੇ ਮਾਲਕ ਪਰਮਾਤਮਾ ਦੇ ਹੱਥ ਵਿੱਚ ਹੀ ਸਾਰੀਆਂ ਵਡਿਆਈਆਂ ਹਨ। ਉਸ ਦੀ ਰਜ਼ਾ ਅਨੁਸਾਰ ਹੀ ਜੀਵ ਨੂੰ ਉਸ ਦੇ ਦਰ 'ਤੇ ਇੱਜ਼ਤ ਮਿਲਦੀ ਹੈ। ਸੱਚੋ ਦੂਰ ਨਾ ਜਾਣੀਏ ਅੰਤਰ ਹੈ ਸੋਈ। ਉਸ ਪਰਮਾਤਮਾ ਨੂੰ ਕਿਤੇ ਦੂਰ ਵਸਦਾ ਨਾ ਜਾਣੀਏ, ਅੰਦਰ ਹੈ।
ਉਹ ਪ੍ਰਮਾਤਮਾ ਸਾਡੇ। ਜਾਂ ਦੇਖਾ ਤਾਂ ਰੱਬ ਰਹੇ, ਕਿਨ ਕੀਮਤ ਹੋਈ। ਗੁਰੂ ਸਾਹਿਬ ਕਹਿੰਦੇ ਮੈਂ ਤੇ ਜਿੱਧਰ ਵੇਖਦਾ ਹਾਂ ਉਹ ਪ੍ਰਮਾਤਮਾ ਭਰਪੂਰ ਮਾਤਰਾ ਦੇ ਵਿੱਚ ਇਸ ਸ੍ਰਿਸ਼ਟੀ ਵਿੱਚ ਰਵਿਆ ਹੋਇਆ ਨਜ਼ਰ ਆਉਂਦਾ ਹੈ। ਹਾਂ, ਉਹ ਗੱਲ ਵੱਖਰੀ ਹੈ ਕਿ ਕੋਈ ਵੀ ਜੀਵ ਉਸ ਪਰਮਾਤਮਾ ਦੀ ਕੀਮਤ ਨਹੀਂ ਪਾ ਸਕਦਾ, ਦੁਨਿਆਵੀ ਅਰਥਾਂ ਦੇ ਵਿੱਚ ਕੀਮਤ ਨਹੀਂ ਪਾ ਸਕਦਾ। ਆਪ ਕਰੇ ਆਪੇ ਹਰੇ, ਵੇਖੈ ਵਡਿਆਈ। ਕਰੇ ਤੋਂ ਭਾਵ ਪੈਦਾ ਕਰਨਾ, ਤੇ ਹਰੇ ਤੋਂ ਭਾਵ ਖਤਮ ਕਰਨਾ। ਉਹ ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ ਉਹਨਾਂ ਦੀ ਜਿੰਦ ਕੱਢ ਲੈਂਦਾ ਹੈ, ਆਪ ਹੀ ਉਹਨਾਂ ਨੂੰ ਖਤਮ ਕਰ ਦਿੰਦਾ ਹੈ, ਤੇ ਆਪਣੀ ਇਸ ਤਾਕਤ ਨੂੰ, ਆਪਣੀ ਇਸ ਵਡਿਆਈ ਨੂੰ ਆਪ ਹੀ ਵੇਖ ਰਿਹਾ ਹੈ। ਗੁਰਮੁਖ ਹੋਏ ਨਿਹਾਲੀ ਐ, ਇਉਂ ਕੀਮਤ ਪਾਈ। ਗੁਰੂ ਦੇ ਸਨਮੁਖ ਹੋ ਕੇ, ਗੁਰਮੁਖ ਹੋ ਕੇ ਉਸ ਪਰਮਾਤਮਾ ਨੂੰ ਨਿਹਾਲਿਆ ਜਾ ਸਕਦਾ ਹੈ, ਉਹਦਾ ਦਰਸ਼ਨ ਕੀਤਾ ਜਾ ਸਕਦਾ ਹੈ, ਤੇ ਇਸ ਪ੍ਰਕਿਰਿਆ ਦੇ ਰਾਹੀਂ ਉਸ ਪਰਮਾਤਮਾ ਦੀ ਕੀਮਤ ਵੀ ਪਾਈ ਜਾ ਸਕਦੀ ਹੈ। ਹੁਣ ਸੋਚਣ ਵਾਲੀ ਗੱਲ ਹੈ, ਪਿਛਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿਨ ਕੀਮਤ ਹੋਈ, ਤੇ ਇਸ ਪੰਕਤੀ ਦੇ ਵਿੱਚ ਕਹਿੰਦੇ ਨੇ ਇਉ ਕੀਮਤ ਪਾਈ। ਪਹਿਲਾਂ ਕਹਿੰਦੇ ਨੇ ਕਿ ਉਸ ਪਰਮਾਤਮਾ ਦੀ ਕੋਈ ਕੀਮਤ ਪਾ ਨਹੀਂ ਸਕਦਾ, ਤੇ ਹੁਣ ਕਹਿੰਦੇ ਨੇ ਕਿ ਇਸ ਪ੍ਰਕਾਰ ਪਰਮਾਤਮਾ ਦੀ ਕੀਮਤ ਪਾਈ ਜਾ ਸਕਦੀ ਹੈ। ਜਦੋਂ ਅਸੀਂ ਗੁਰੂ ਦੇ ਸਨਮੁਖ ਹੋ ਜਾਂਦੇ ਹਾਂ, ਗੁਰਮੁਖ ਹੋ ਜਾਂਦੇ ਹਾਂ, ਤਾਂ ਸਾਨੂੰ ਉਸ ਪਰਮਾਤਮਾ ਦੀ ਕੀਮਤ ਅਸਲ ਦੇ ਵਿੱਚ ਸਮਝ ਆਉਣ ਲੱਗਦੀ ਹੈ ਕਿ ਉਹ ਪਰਮਾਤਮਾ ਕਿੰਨਾ ਤਾਕਤਵਰ ਹੈ। ਦੁਨਿਆਵੀ ਅਰਥਾਂ ਦੇ ਵਿੱਚ ਅਸੀਂ ਤਾਂ ਵੀ ਕੀਮਤ ਨਹੀਂ ਪਾ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਪਰਮਾਤਮਾ ਇੰਨੇ ਕਰੋੜ ਦਾ ਹੈ, ਜਾਂ ਪਰਮਾਤਮਾ ਦੀ ਜਾਇਦਾਦ ਇੰਨੇ ਅਰਬਾਂ ਦੀ ਹੈ। ਅਸੀਂ ਇਹ ਜ਼ਰੂਰ ਜਾਣ ਜਾਂਦੇ ਹਾਂ ਕਿ ਪਰਮਾਤਮਾ ਬਹੁਤ ਤਾਕਤਵਰ ਹੈ, ਬਹੁਤ ਵਿਸ਼ਾਲ ਹੈ, ਕਿ ਉਹ ਹਰ ਥਾਂ ਮੌਜੂਦ ਹੈ, ਸ੍ਰਿਸ਼ਟੀ ਦੇ ਕਣ ਕਣ ਵਿੱਚ ਵਸਿਆ ਹੋਇਆ ਹੈ। ਕੋਈ ਥਾਂ, ਕੋਈ ਸਮਾਂ ਐਸਾ ਨਹੀਂ ਜਿੱਥੇ ਤੇ ਜਦੋਂ ਪਰਮਾਤਮਾ ਦੀ ਮੌਜੂਦਗੀ ਨਾ ਹੋਵੇ। ਇਹ ਕੀਮਤ ਅਸੀਂ ਇਸ ਪ੍ਰਕਾਰ ਜਾਣ ਲੈਂਦੇ ਹਾਂ। ਜੀਵਦਿਆਂ ਲਾਹਾ ਮਿਲੈ, ਗੁਰ ਕਾਰ ਕਮਾਵੈ। ਜਦੋਂ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਮਾਉਂਦੇ ਹਾਂ ਤਾਂ ਸਾਨੂੰ ਜਿਉਂਦੇ ਜੀ ਹੀ ਪਰਮਾਤਮਾ ਦੇ ਨਾਮ ਰੂਪੀ ਲਾਭ ਮਿਲ ਜਾਂਦਾ ਹੈ, ਲਾਹਾ ਮਿਲ ਜਾਂਦਾ ਹੈ। ਪੂਰਬ ਹੋਵੈ ਲਿਖਿਆ ਤਾਂ ਸਤਿਗੁਰ ਪਾਵੈ। ਪਰ ਫਿਰ ਤੋਂ ਉਹੀ ਗੱਲ ਕਿ ਜੇ ਧੁਰੋਂ ਸਾਡੇ ਲੇਖਾਂ ਦੇ ਵਿੱਚ ਸਤਿਗੁਰੂ ਦੀ ਪ੍ਰਾਪਤੀ ਲਿਖੀ ਹੋਵੇ ਤਾਂ ਹੀ ਅਸੀਂ ਸਤਿਗੁਰੂ ਨੂੰ ਪਾ ਸਕਦੇ ਹਾਂ। ਜੇਕਰ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਹੋਏ ਹੋ, ਤੁਹਾਡੇ ਲੇਖਾਂ ਦੇ ਵਿੱਚ ਇਹ ਜੁੜਨਾ ਲਿਖਿਆ ਹੋਇਆ ਸੀ ਤਾਂ ਜੁੜੇ ਹੋ, ਨਹੀਂ ਤੇ ਬਥੇਰੀ ਦੁਨੀਆ ਫਿਰਦੀ ਹੈ ਜੋ ਪਰਮਾਤਮਾ ਦੇ ਬਾਰੇ 'ਚ ਇੱਕ ਪਲ ਦੇ ਲਈ ਸੋਚਦੀ ਤੱਕ ਨਹੀਂ, ਜਿਨ੍ਹਾਂ ਦੇ ਚਿੱਤ ਚੇਤਿਆਂ ਦੇ ਵਿੱਚ ਵੀ ਪਰਮਾਤਮਾ ਨਹੀਂ ਆਉਂਦਾ, ਜਾਂ ਗੁਰਬਾਣੀ ਨਹੀਂ ਆਉਂਦੀ, ਗੁਰੂ ਨਹੀਂ ਆਉਂਦਾ। ਤੁਹਾਡੇ ਤੇ ਪਰਮਾਤਮਾ ਦੀ ਮਿਹਰ ਹੋਈ ਹੈ, ਇਸੇ ਕਰਕੇ ਹੀ ਤੁਸੀਂ ਗੁਰਬਾਣੀ ਦੇ ਲੜ ਲੱਗੇ ਹੋਏ ਹੋ, ਗੁਰਮੁਖ ਹੋਏ ਹੋਏ ਹੋ। ਮਨਮੁਖ ਟੋਟਾ ਨਿਤ ਹੈ, ਭਰਮੈ ਭਰਮਾਈ। ਜੋ ਮਨਮੁਖ ਹੈ, ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲਾ ਮਨੁੱਖ ਹੈ, ਉਹਦੇ ਲਈ ਨਿਤ ਹੀ ਤੋਟ ਹੈ, ਘਾਟਾ ਹੈ। ਦੁਨਿਆਵੀ ਘਾਟੇ ਦੀ ਗੱਲ ਨਹੀਂ, ਆਤਮਿਕ ਗੁਣਾਂ ਦੇ ਘਾਟੇ ਦੀ ਗੱਲ ਹੋ ਰਹੀ ਹੈ ਕਿ ਉਹਦੇ ਆਤਮਿਕ ਗੁਣਾਂ ਦਾ ਜੋ ਖਜ਼ਾਨਾ ਉਹਦੇ 'ਚ ਘਾਟਾ ਹੀ ਰਹਿੰਦਾ ਹੈ, ਉਹ ਕਦੇ ਪੂਰਾ ਹੁੰਦਾ ਹੀ ਨਹੀਂ, ਉਹਦੇ 'ਚ ਕਦੇ ਵਾਧਾ ਹੁੰਦਾ ਹੀ ਨਹੀਂ। ਤੇ ਇਸੇ ਕਾਰਨ ਕਰਕੇ ਹੀ ਭਰਮ ਹੈ, ਭਰਮਾਈ। ਇਸੇ ਕਾਰਨ ਕਰਕੇ ਹੀ ਮਨਮੁਖ ਜੀਵ ਮਾਇਆ ਦੇ ਭਟਕਾਏ ਹੋਏ ਭਟਕਦੇ ਰਹਿੰਦੇ ਨੇ। ਮਨਮੁਖ ਅੰਧ ਨਾ ਚੇਤਈ, ਕਿਉਂ ਦਰਸ਼ਨ ਪਾਈ। ਮਨਮੁਖ ਮਾਇਆ ਦੇ ਵਿੱਚ ਅੰਨਾ ਹੋ ਜਾਂਦਾ ਹੈ, ਪਰਮਾਤਮਾ ਨੂੰ ਚੇਤੇ ਦੇ ਵਿੱਚ ਨਹੀਂ ਲੈ ਕੇ ਆਉਂਦਾ। ਤੇ ਜਿਹੜੀ ਚੀਜ਼ ਸਾਡੇ ਚੇਤੇ ਵਿੱਚ ਹੀ ਨਹੀਂ, ਉਹਦਾ ਅਸੀਂ ਦਰਸ਼ਨ ਕਿਵੇਂ ਕਰ ਸਕਦੇ ਹਾਂ। ਜਿਹਦੇ ਬਾਰੇ ਸਾਨੂੰ ਗਿਆਨ ਹੀ ਨਹੀਂ, ਉਹ ਸਾਡੇ ਸਾਹਮਣੇ ਵੀ ਖੜੀ ਹੋਵੇ ਤਾਂ ਵੀ ਸਾਨੂੰ ਉਹਦਾ ਦਰਸ਼ਨ ਨਹੀਂ ਹੋ ਸਕਦਾ। ਅਸੀਂ ਉਹਨੂੰ ਨੋਟ ਹੀ ਨਹੀਂ ਕਰਦੇ ਕਿ ਇਹ ਵੀ ਕੋਈ ਚੀਜ਼ ਹੈ। ਤਾਂ ਜਗ ਆਇਆ ਜਾਣੀਐ, ਸੱਚੈ ਲਿਵ ਲਾਏ। ਜੇਕਰ ਕੋਈ ਜੀਵ ਉਸ ਸੱਚੇ ਪ੍ਰਮਾਤਮਾ ਦੇ ਨਾਲ ਆਪਣੀ ਲਿਵ ਲਾਏ, ਆਪਣੀ ਸੁਰਤ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੋੜੇ, ਉਹਦਾ ਜਗਤ ਦੇ ਵਿੱਚ ਆਉਣਾ ਅਸੀਂ ਤਾਂ ਹੀ ਸਫਲ ਸਮਝਦੇ ਹਾਂ। ਗੁਰੂ ਸਾਹਿਬ ਕਹਿੰਦੇ ਉਹਨੂੰ ਜਗਤ ਦੇ ਵਿੱਚ ਜਨਮਿਆ ਤਦੋਂ ਹੀ ਸਮਝੋ ਜੇ ਉਹਨੇ ਸੱਚੇ ਦੇ ਨਾਲ ਲਿਵ ਲਾਈ ਹੋਵੇ। ਗੁਰ ਭੇਟੇ ਪਾਰਸ ਭਏ, ਜੋਤੀ ਜੋਤ ਮਿਲਾਏ। ਜਿਹੜੇ ਮਨੁੱਖ
ਗੁਰੂ ਨੂੰ ਮਿਲ ਪੈਂਦੇ ਹਨ, ਉਹ ਪਾਰਸ ਬਣ ਜਾਂਦੇ ਹਨ। ਉਹਨਾਂ ਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ। ਅਹਨਿਸ ਰਹੈ ਨਿਰਾਲਮੁ ਕਾਰ ਧੁਰ ਕੀ ਕਰਨੀ, ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਣੀ। ਇਹ ਨਾਨਕ, ਪ੍ਰਭੂ ਦੇ ਨਾਮ ਵਿੱਚ ਜੁੜੇ ਹੋਏ ਬੰਦੇ ਸੰਤੋਖ ਵਾਲਾ ਜੀਵਨ ਗੁਜ਼ਾਰਦੇ ਹਨ, ਉਸ ਪਰਮਾਤਮਾ ਦੇ ਚਰਨਾਂ ਵਿੱਚ ਰੰਗੇ ਰਹਿੰਦੇ ਹਨ। ਜਿਹੜਾ ਮਨੁੱਖ ਧੁਰੋਂ ਮਿਲੀ ਸਿਮਰਨ ਦੀ ਕਾਰ ਕਰਦਾ ਹੈ, ਉਹ ਸਦਾ ਨਿਰਲੇਪ ਰਹਿੰਦਾ ਹੈ ਮਾਇਆ ਦੇ ਹੱਲਿਆਂ ਤੋਂ, ਵਿਕਾਰਾਂ ਦੇ ਹੱਲਿਆਂ ਤੋਂ। ਆਸਾ ਮਹਿਲਾ ਪਹਿਲਾ। ਕੇਤਾ ਆਖਣ ਆਖੀਐ ਤਾਂ ਕਿ ਅੰਤ ਨਾ ਜਾਣ, ਮੈਂ ਨਿਧਰਿਆ ਧਰ ਏਕ ਤੂੰ, ਮੈਂ ਤਾਣ ਸਤਾਣਾ। ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ। ਉਸਦੇ ਗੁਣਾਂ ਦਾ ਭਾਵੇਂ ਕਿਤਨਾ ਵੀ ਬਿਆਨ ਕੀਤਾ ਜਾਏ, ਗੁਰੂ ਸਾਹਿਬ ਕਹਿੰਦੇ ਮੈਂ ਅੰਤ ਨਹੀਂ ਜਾਣ ਸਕਦਾ। ਕੇਤਾ ਆਖਣ ਆਖੀਐ ਤਾਂ ਕਿ ਅੰਤ ਨਾ ਜਾਣਾ। ਮੈਂ ਨਿਧਰਿਆ, ਕਹਿੰਦੇ ਮੈਂ ਬੇਆਸਰਾ ਹਾਂ। ਧਰ ਏਕ ਤੂੰ, ਤੇ ਮੇਰਾ ਇੱਕੋ ਇੱਕ ਆਸਰਾ ਤੂੰ ਹੈ। ਮੈਂ ਤਾਣ ਸਤਾਣਾ, ਮੇਰੀ ਤਕੜੀ ਤਾਕਤ, ਮੇਰਾ ਤਕੜਾ ਤਾਣ ਤੂੰ ਹੈ। ਨਾਨਕ ਕੀ ਅਰਦਾਸ ਹੈ ਸੱਚ ਨਾਮ ਸੁਹੇਲਾ। ਅਸੀਂ ਅਰਦਾਸ ਕਰਦੇ ਹਾਂ ਕਿ ਅਸੀਂ ਸੁਖੀ ਵਸੀਏ, ਤੇ ਉਹ ਸੁੱਖ ਜਿਹਦੀ ਅਸੀਂ ਕਾਮਨਾ ਕਰਦੇ ਹਾਂ, ਜੋ ਪਰਮਾਤਮਾ ਪਾਸੋਂ ਮੰਗਦੇ ਹਾਂ, ਉਹ ਦੁਨਿਆਵੀ ਸੁੱਖ ਮੰਗਦੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਨਾਨਕ ਦੀ ਇਹ ਅਰਦਾਸ ਹੈ, ਮੈਂ ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਸੁਖੀ ਰਹਾਂ। ਸੱਚ ਨਾਮ ਸੁਹੇਲਾ, ਕਿ ਮੈਂ ਪਰਮਾਤਮਾ ਦੀ ਯਾਦ 'ਚ ਰਹਿ ਕੇ ਆਤਮਿਕ ਆਨੰਦ ਹਾਸਲ ਕਰਾਂ। ਆਪ ਗਿਆ ਸੋਝੀ ਪਈ ਗੁਰ ਸ਼ਬਦੀ ਮੇਲਾ ਰਹਾਓ। ਪਰ ਇਸ ਪ੍ਰਕਾਰ ਦੀ ਅਰਦਾਸ ਕਰਨ ਦੀ ਸਮਝ ਸਾਨੂੰ ਤਦੋਂ ਹੀ ਪੈਂਦੀ ਹੈ ਜੇ ਸਾਡੇ ਅੰਦਰੋਂ ਸਾਡਾ ਆਪਾ ਭਾਵ ਖਤਮ ਹੋਵੇ। ਕਿਉਂਕਿ ਜਦੋਂ ਆਪਾ ਭਾਵ ਖਤਮ ਹੋਏਗਾ, ਦੁਨਿਆਵੀ ਸੁੱਖਾਂ ਦੀ ਲਾਲਸਾ ਤਦੋਂ ਹੀ ਖਤਮ ਹੋਏਗੀ। ਤਦੋਂ ਹੀ ਅਸੀਂ ਪਰਮਾਤਮਾ ਦੇ ਨਾਮ ਦੇ ਵਿੱਚ ਸੁਖੀ ਰਹਿਣ ਦੀ ਅਰਦਾਸ ਕਰ ਪਾਵਾਂਗੇ, ਅਤੇ ਤਦੋਂ ਹੀ ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋਏਗਾ। ਹਉਮੈ ਗਰਭ ਗਵਾਈਐ ਪਾਈਐ ਵਿਚਾਰ, ਸਾਹਿਬ ਸਿਉ ਮਨ ਮਾਨਿਆ ਦੇ ਸਾਚ ਆਧਾਰ। ਮੈਂ ਵੱਡਾ ਹਾਂ, ਮੈਂ ਵੱਡਾ ਹਾਂ, ਇਹ ਹਉਮੈ, ਇਹ ਗਰਭ, ਇਹ ਹੰਕਾਰ ਜਦੋਂ ਅਸੀਂ ਆਪਣੇ ਅੰਦਰੋਂ ਦੂਰ ਕਰ ਲਈਏ, ਤਦੋਂ ਪਰਮਾਤਮਾ ਦੇ ਦਰ 'ਤੇ ਅਰਦਾਸ ਕਰਨ ਦੀ ਸਮਝ ਪੈਂਦੀ ਹੈ। ਉਹ ਅਰਦਾਸ ਜੋ ਗੁਰੂ ਸਾਹਿਬ ਨੇ ਕੀਤੀ। ਅਤੇ ਜਦ ਤੱਕ ਸਾਡੇ ਅੰਦਰ ਇਹ ਹਉਮੈ ਅਤੇ ਗਰਭ ਹੈ, ਉਦੋਂ ਤੱਕ ਅਸੀਂ ਦੁਨਿਆਵੀ ਸੁੱਖ ਪ੍ਰਾਪਤੀ ਦੀ ਅਰਦਾਸ ਕਰਦੇ ਹਾਂ। ਜਦੋਂ ਪਰਮਾਤਮਾ ਦੇ ਨਾਲ ਜੀਵ ਦਾ ਮਨ ਪਰਚ ਜਾਂਦਾ ਹੈ, ਸਾਹਿਬ ਸਿਉ ਮਨ ਮਾਨਿਆ ਦੇ ਸਾਚ ਆਧਾਰ, ਤਦੋਂ ਉਹ ਪ੍ਰਭੂ ਉਸ ਨੂੰ ਆਪਣਾ ਸਦਾ ਥਿਰ ਨਾਮ ਜੀਵਨ ਵਾਸਤੇ ਆਸਰਾ ਦੇ ਦਿੰਦਾ ਹੈ। ਤਦੋਂ ਉਸ ਜੀਵ ਦੇ ਲਈ ਪਰਮਾਤਮਾ ਦਾ ਨਾਮ ਜੀਵਨ ਦਾ ਆਧਾਰ ਬਣ ਜਾਂਦਾ ਹੈ, ਆਸਰਾ ਬਣ ਜਾਂਦਾ ਹੈ। ਅਹਨਿਸ ਨਾਮ ਸੰਤੋਖੀਆ ਸੇਵਾ ਸੱਚ ਸਾਈ, ਤਾਂ ਕੋ ਵਿਘਨ ਨਾ ਲਾਗਈ ਚਾਲੈ ਹੁਕਮ ਰਜ਼ਾਈ। ਸਦਾ ਥਿਰ ਪ੍ਰਭੂ ਉਹੀ ਸੇਵਾ ਕਬੂਲ ਕਰਦਾ ਹੈ ਜਿਸ ਦੀ ਬਰਕਤ ਨਾਲ ਜੀਵ ਦਿਨ ਰਾਤ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਸੰਤੋਖ ਵਾਲਾ ਜੀਵਨ ਬਤੀਤ ਕਰਦਾ ਹੈ। ਅਹਨਿਸ ਨਾਮ ਸੰਤੋਖੀਆ, ਕਿ ਦਿਨ ਰਾਤ ਅਸੀਂ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ ਸੰਤੋਖ ਹਾਸਲ ਕਰੀਏ। ਅਤੇ ਸੱਚ ਇਹ ਵੀ ਹੈ ਕਿ ਸੰਤੋਖ ਇਸੇ ਪ੍ਰਕਾਰ ਹੀ ਹਾਸਲ ਹੋ ਸਕਦਾ ਹੈ, ਸੰਤੁਸ਼ਟੀ ਇੱਦਾਂ ਹੀ ਮਿਲ ਸਕਦੀ ਹੈ। ਜੇ ਅਸੀਂ ਕਹੀਏ ਕਿ ਦੁਨਿਆਵੀ ਸੁੱਖਾਂ ਦੇ ਵਿੱਚੋਂ, ਦੁਨਿਆਵੀ ਸੁੱਖ ਸਹੂਲਤਾਂ 'ਚੋਂ, ਮਾਇਆ ਦੀ ਪ੍ਰਾਪਤੀ 'ਚੋਂ ਕਦੇ ਸਾਨੂੰ ਸੰਤੁਸ਼ਟੀ ਮਿਲ ਜਾਏਗੀ, ਤਾਂ ਇਹ ਕਦੇ ਵੀ ਨਹੀਂ ਹੋਣਾ। ਸੋ ਪਰਮਾਤਮਾ ਦੇ ਨਾਮ ਦੇ ਵਿੱਚੋਂ ਅਸੀਂ ਸੁੱਖ ਹਾਸਲ ਕਰਨਾ ਸਿੱਖੀਏ, ਅਤੇ ਇਹ ਸੇਵਾ ਹੀ ਹੈ ਜਿਹੜੀ ਪਰਮਾਤਮਾ ਦੇ ਦਰ 'ਤੇ ਕਬੂਲ ਹੁੰਦੀ ਹੈ। ਜਿਹੜਾ ਮਨੁੱਖ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਚੱਲਦਾ ਹੈ, ਉਹਨੂੰ ਆਪਣੇ ਜੀਵਨ ਦੇ ਵਿੱਚ ਕੋਈ ਵਿਘਨ ਨਹੀਂ ਲੱਗਦਾ। ਇਹ ਨਹੀਂ ਕਿ ਉਹਦੇ ਜੀਵਨ ਸਫ਼ਰ ਦੇ ਵਿੱਚ ਔਕੜਾਂ ਹੀ ਆਉਣੋਂ ਹਟ ਜਾਂਦੀਆਂ। ਔਕੜਾਂ ਆਉਂਦੀਆਂ ਨੇ, ਪਰ ਉਹ ਔਕੜਾਂ ਨਹੀਂ ਲੱਗਦੀਆਂ, ਪਰਮਾਤਮਾ ਦੀ ਰਜ਼ਾ ਹੀ ਲੱਗਦੀਆਂ ਨੇ, ਪਰਮਾਤਮਾ ਦਾ ਪ੍ਰਸ਼ਾਦ ਹੀ ਲੱਗਦੀਆਂ ਨੇ। ਹੁਕਮ ਰਜ਼ਾਈ ਜੋ ਚੱਲੈ ਸੋ ਪਵੈ ਖਜ਼ਾਨੇ, ਖੋਟੇ ਠਵਰ ਨਾ ਪਾਇਨੀ
रले जुठाना। जदों सिक्के बनाए जाते हैं, ਜਿਹੜੇ ਤੇ ਖਰੇ ਬਣ ਜਾਂਦੇ ਆ ਉਹਨਾਂ ਨੂੰ ਖਜ਼ਾਨੇ 'ਚ ਰੱਖ ਲਿਆ ਜਾਂਦਾ, ਅਤੇ ਜਿਹੜੇ ਖੋਟੇ ਬਣ ਜਾਂਦੇ ਆ ਉਹਨਾਂ ਨੂੰ ਵਾਪਸ ਤੋਂ ਅੱਗ 'ਚ ਸੁੱਟ ਦਿੱਤਾ ਜਾਂਦਾ ਤਾਂ ਕਿ ਉਹਨਾਂ ਦੀ ਖੋਟ ਦੂਰ ਕੀਤੀ ਜਾ ਸਕੇ। ਗੁਰੂ ਸਾਹਿਬ ਕਹਿੰਦੇ ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨਾ। ਜਿਹੜਾ ਉਸ ਪਰਮਾਤਮਾ ਦੇ ਹੁਕਮ ਅਧੀਨ ਉਹਦੀ ਰਜ਼ਾ ਦੇ ਵਿੱਚ ਚੱਲਦਾ। ਦੋ ਗੱਲਾਂ, ਇੱਕ ਤੇ ਪਰਮਾਤਮਾ ਦਾ ਹੁਕਮ ਅਤੇ ਦੂਜੀ ਪਰਮਾਤਮਾ ਦੀ ਰਜ਼ਾ। ਅਸੀਂ ਰਜ਼ਾ ਦੇ ਵਿੱਚ ਤਦ ਹੀ ਚੱਲ ਸਕਦੇ ਹਾਂ ਜਦੋਂ ਪਰਮਾਤਮਾ ਦਾ ਸਾਨੂੰ ਹੁਕਮ ਹੋਵੇ, ਅਤੇ ਜਦੋਂ ਇਹ ਹੁਕਮ ਵੀ ਹੋਵੇ ਅਤੇ ਅਸੀਂ ਰਜ਼ਾ ਦੇ ਵਿੱਚ ਚੱਲਦੇ ਵੀ ਹੋਈਏ ਅਤੇ ਅਸੀਂ ਖਰੇ ਸਿੱਕੇ ਬਣ ਜਾਂਦੇ ਹਾਂ, ਖਜ਼ਾਨੇ ਦੇ ਵਿੱਚ ਪੈ ਜਾਂਦੇ ਹਾਂ। ਅਤੇ ਜਿਹੜੇ ਖੋਟੇ ਨੇ ਉਹਨਾਂ ਨੂੰ ਥਾਂ ਨਹੀਂ ਮਿਲਦੀ। ਠਵਰ ਤੋਂ ਭਾਵ ਠੌਰ ਜਗ੍ਹਾ ਥਾਂ, ਖੋਟੇ ਠਵਰ ਨਾ ਪਾਈਨੀ ਰਲੇ ਜੁਠਾਨਾ। ਖੋਟੇ ਸਿੱਕਿਆਂ ਨੂੰ ਥਾਂ ਨਹੀਂ ਮਿਲਦੀ ਖਜ਼ਾਨੇ ਦੇ ਵਿੱਚ, ਅਤੇ ਉਹ ਖੋਟਿਆਂ ਦੇ ਵਿੱਚ ਹੀ ਰਲੇ ਰਹਿੰਦੇ ਨੇ। ਅਗਲੀਆਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਗੱਲ ਕਰਦੇ ਆ ਕਿ ਉਹਨਾਂ ਖੋਟਿਆਂ ਦੇ ਨਾਲ ਕੀਤਾ ਕੀ ਜਾਂਦਾ ਹੈ। ਨਿਤ ਨਿਤ ਖਰਾ ਸੰਮਾਲੀਐ ਸੱਚ ਸੌਦਾ ਪਾਈਐ, ਖੋਟੇ ਨਦਰ ਨਾ ਆਵਨੀ ਲੈ ਅਗਨ ਜਲਾਈਐ। ਪਰਮਾਤਮਾ ਆਪ ਖਰਾ ਹੈ, ਉਸ ਪਰਮਾਤਮਾ ਦਾ ਨਾਮ ਵੀ ਖਰਾ ਹੈ, ਉਹਨੂੰ ਮਾਇਆ ਆਦਿਕ ਦੀ ਮੈਲ ਨਹੀਂ ਲੱਗਦੀ। ਅਤੇ ਗੁਰੂ ਸਾਹਿਬ ਸਾਨੂੰ ਹਦਾਇਤ ਕਰ ਰਹੇ ਨੇ ਕਿ ਉਸ ਖਰੇ ਨੂੰ ਯਾਨੀ ਉਸ ਪਰਮਾਤਮਾ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖੀਏ। ਨਿਤ ਨਿਤ ਖਰਾ ਸੰਮਾਲੀਏ, ਸੱਚ ਸੌਦਾ ਪਾਈਏ। ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਸੱਚਾ ਸੌਦਾ ਹਾਸਲ ਕਰਦੇ ਹਾਂ, ਉਹ ਸੌਦਾ ਜੋ ਕਦੇ ਵੀ ਸਾਡੇ ਤੋਂ ਫਿਰ ਖੁੱਸਦਾ ਨਹੀਂ, ਜੋ ਕਦੇ ਵੀ ਖਤਮ ਨਹੀਂ ਹੁੰਦਾ। ਦੁਨਿਆਵੀ ਤੌਰ 'ਤੇ ਅਸੀਂ ਜਿਹੜਾ ਮਰਜ਼ੀ ਸੌਦਾ ਚੀਜ਼ ਵਸਤ ਲੈ ਲਈਏ, ਉਹਦਾ ਕੋਈ ਸਮਾਂ ਹੋਏਗਾ, ਜਾਂ ਤਾਂ ਕੁਝ ਸਮੇਂ ਉਪਰੰਤ ਉਹ ਖਰਾਬ ਹੋ ਜਾਏਗੀ ਜਾਂ ਖਤਮ ਹੋ ਜਾਏਗੀ, ਵਰਤ ਲਈ ਜਾਏਗੀ। ਪਰ ਪਰਮਾਤਮਾ ਦੇ ਨਾਮ ਰੂਪੀ ਸੌਦਾ ਅਜਿਹਾ ਜੋ ਇੱਕ ਵਾਰ ਮਿਲ ਗਿਆ ਤਾਂ ਜੀਵਨ ਭਰ ਸਾਡਾ ਸਾਥ ਨਿਭਾਉਂਦਾ। ਨਾ ਹੀ ਤਾਂ ਉਹਦੇ 'ਚ ਕਦੇ ਕੋਈ ਤੋਟ ਆਉਂਦੀ ਹੈ, ਕਮੀ ਆਉਂਦੀ ਹੈ, ਅਤੇ ਨਾ ਹੀ ਉਹ ਖਰਾਬ ਹੁੰਦਾ। ਅਤੇ ਹੁਣ ਗੱਲ ਖੋਟੇ ਸਿੱਕਿਆਂ ਦੀ। ਖੋਟੇ ਨਦਰ ਨਾ ਆਵਣੀ। ਇੱਕ ਗੱਲ ਤਾਂ ਇਹ ਵੀ ਹੈ ਕਿ ਜੋ ਖੋਟੇ ਨੇ ਉਹਨਾਂ ਦੇ ਵਿੱਚ, ਇਸ ਗੱਲ ਦੇ ਵਿੱਚ ਉਹਨਾਂ ਦਾ ਦੋਸ਼ ਨਹੀਂ, ਉਹ ਪਰਮਾਤਮਾ ਦੀ ਨਜ਼ਰੇ ਨਹੀਂ ਚੜ੍ਹਦੇ। ਦੋ ਤਰੀਕਿਆਂ ਦੇ ਨਾਲ ਇਸ ਗੱਲ ਨੂੰ ਅਸੀਂ ਸਮਝ ਸਕਦੇ ਹਾਂ। ਇੱਕ ਤਾਂ ਇਹ ਕਿ ਜਿਹੜੇ ਖੋਟੇ ਆ ਉਹ ਪਰਮਾਤਮਾ ਦੀ ਨਜ਼ਰੇ ਨਹੀਂ ਚੜ੍ਹਦੇ, ਅਤੇ ਦੂਸਰਾ ਇਹ ਕਿ ਜਿਹੜੇ ਪਰਮਾਤਮਾ ਦੀ ਨਜ਼ਰੇ ਨਹੀਂ ਚੜ੍ਹਦੇ ਉਹ ਖੋਟੇ ਰਹਿ ਜਾਂਦੇ ਆ। ਪਰ ਦੋਹਾਂ ਹੀ ਤਰੀਕਿਆਂ ਦੇ ਵਿੱਚ ਜਿਹੜੇ ਖੋਟੇ ਨੇ ਲੈ ਅਗਨ ਜਲਾਈ ਹੈ, ਉਹਨਾਂ ਨੂੰ ਵਾਰ-ਵਾਰ ਅੱਗ ਦੇ ਵਿੱਚ ਸੁੱਟਿਆ ਜਾਂਦਾ ਤਾਂ ਕਿ ਉਹਨਾਂ ਦੀ ਖੋਟ ਦੂਰ ਹੋ ਸਕੇ। ਸੋ ਜੋ ਪਰਮਾਤਮਾ ਦੇ ਨਾਲ ਨਹੀਂ ਜੁੜੇ ਹੋਏ, ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜੇ ਹੋਏ, ਦੁਨਿਆਵੀ ਸੁੱਖਾਂ ਦੇ ਵਿੱਚੋਂ ਸੰਤੋਖ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਉਹ ਦੁਖੀ ਇਸੇ ਕਰਕੇ ਹੀ ਨੇ, ਉਹ ਤਪ ਇਸੇ ਕਰਕੇ ਰਹੇ ਨੇ ਕਿਉਂਕਿ ਉਹਨਾਂ ਨੂੰ ਵਾਰ-ਵਾਰ ਤਪਸ਼ ਦੇ ਵਿੱਚ ਪਾਇਆ ਜਾ ਰਿਹਾ ਹੈ ਉਸ ਪਰਮਾਤਮਾ ਵੱਲੋਂ, ਤਾਂ ਕਿ ਉਹਨਾਂ ਦੀ ਖੋਟ ਦੂਰ ਹੋ ਸਕੇ। ਜਦੋਂ ਵਾਰ-ਵਾਰ ਮਿਹਨਤਾਂ ਕਰਨ ਦੇ ਬਾਵਜੂਦ, ਮਨਾਂ ਮੋਹੀ ਮਾਇਆ ਇਕੱਠੀ ਕਰਨ ਦੇ ਬਾਵਜੂਦ ਵੀ ਮਨੁੱਖ ਨੂੰ ਸੰਤੁਸ਼ਟੀ ਹਾਸਲ ਨਹੀਂ ਹੁੰਦੀ, ਅਤੇ ਉਹਨੂੰ ਸਮਝ ਜਾਣਾ ਚਾਹੀਦਾ ਕਿ ਇੱਥੋਂ ਸੰਤੁਸ਼ਟੀ ਮਿਲਣੀ ਨਹੀਂ। ਉਹ ਖੋਟ ਜਿਹੜੀ ਆ ਉਹ ਆਪਣੇ ਅੰਦਰੋਂ ਦੂਰ ਕਰ ਲੈਣੀ ਚਾਹੀਦੀ ਹੈ। ਜੇ ਦੂਰ ਕਰ ਲਈ ਤਾਂ ਖਰਾ ਹੋ ਜਾਵੇ, ਪਰਮਾਤਮਾ ਦੇ ਖਜ਼ਾਨੇ 'ਚ ਪੈ ਜਾਵੇ। ਉਹ ਖੋਟ ਦੂਰ ਕਰਦਾ ਨਹੀਂ ਅਤੇ ਖਜ਼ਾਨੇ 'ਚ ਪੈਂਦਾ ਨਹੀਂ। ਇਸੇ ਕਰਕੇ ਹੀ ਤਪਸ਼ ਦੇ ਵਿੱਚ ਹੀ, ਅਗਨ ਦੇ ਵਿੱਚ ਹੀ ਚੱਲਦਾ ਹੀ ਰਹਿੰਦਾ ਹੈ। ਜਿਨੀ ਆਤਮ ਚੀਨਿਆ ਪਰਮਾਤਮ ਸੋਈ, ਇੱਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ। ਜਿਨ੍ਹਾਂ ਮਨੁੱਖਾਂ ਨੇ ਆਪਣੇ ਆਪੇ ਨੂੰ ਚੀਨਿਆ, ਆਪਣੇ ਆਪੇ ਨੂੰ ਸਮਝਣ ਦੀ ਕੋਸ਼ਿਸ਼ ਕਰ ਲਈ, ਉਹ ਪਰਮਾਤਮਾ ਨੂੰ ਵੀ ਸਮਝ ਜਾਂਦੇ ਆ। ਉਹ ਇਹ ਗੱਲ ਸਮਝ ਜਾਂਦੇ ਆ ਕਿ ਪਰਮਾਤਮਾ ਹੀ ਆਤਮਿਕ ਜੀਵਨ ਰੂਪ ਫਲ ਦੇਣ ਵਾਲਾ ਇੱਕੋ ਇੱਕ ਰੁੱਖ ਹੈ, ਅਤੇ ਉਸ ਰੁੱਖ ਦਾ ਫਲ ਵੀ ਆਤਮਿਕ ਜੀਵਨ ਬਖਸ਼ਣ ਵਾਲਾ ਨਾਮ ਹੈ। ਸੋ ਜਿਵੇਂ ਵੀਡੀਓ ਦੇ ਸ਼ੁਰੂਆਤ 'ਚ ਗੱਲ ਕੀਤੀ ਕਿ ਫਲ ਤੋਂ ਅਸੀਂ ਰੁੱਖ ਦਾ ਅੰਦਾਜ਼ਾ ਲਾ ਲੈਂਦੇ ਹਾਂ ਅਤੇ ਰੁੱਖ ਤੋਂ ਸਾਨੂੰ ਫਲ ਦਾ ਪਤਾ ਲੱਗ ਜਾਂਦਾ ਹੈ। ਉਸੇ ਪ੍ਰਕਾਰ ਹੀ ਜੇ ਅਸੀਂ ਆਪਣੇ ਆਪ ਦੇ ਜੀਵਨ ਨੂੰ, ਆਪ ਦੇ ਆਤਮਿਕ ਜੀਵਨ ਨੂੰ ਪਰਖ ਲਈਏ ਤਾਂ ਪਰਮਾਤਮਾ ਦੀ ਸਮਝ ਵੀ ਪੈ ਜਾਂਦੀ ਹੈ। ਸਾਨੂੰ ਸ੍ਰਿਸ਼ਟੀ ਦੇ ਕਣ ਕਣ 'ਚੋਂ ਪਰਮਾਤਮਾ ਨੂੰ ਪਛਾਣਨਾ ਵੀ ਸੌਖਾ ਹੋ ਜਾਂਦਾ ਹੈ। ਅੰਮ੍ਰਿਤ ਫਲ ਜਿਨੀ ਚਾਖਿਆ ਸੱਚ ਰਹੇ ਅਕਾਈ, ਤਿੰਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ। ਜਿਨ੍ਹਾਂ ਨੇ ਵੀ
परमात्मा के नाम अमृत रूपी, परमात्मा के नाम रूपी उस अमृत नूं चखिया, वो सदा फिर प्रभु के नाम विच जुड़ के बाकी जो स्वाद हैं, दुनियावी जो स्वाद हैं, उन्हां वल्लों रचे रहिंदे है। उन्हां नूं माया आदਿਕ की कोई भटकना नहीं रहिंदी ते परमात्मा दे नालों उन्हां दी विथ भी खत्म हो जाती है। तिन्ना भरम ना भेद है, हाँ तो उन्होंने माया की भटकना रहिंदी है ते ना ही परमात्मा नालों विथ रहिंदी है। हर रसन रसाई उन्हां दी रसना, उन्हां दी जीव सदा ही परमात्मा दे नाम रस दे विच रसी रहिंदी है। हुक्म संजोगी आया चल सदा रजाई, औगणियारे कौ गुण नानक है सच मिलाए वडाई। हे जीव, तू परमात्मा दे हुक्म विच अपने कीते कर्मां दे संजोगां अनुसार जगत विच आया है। सदा उसकी रजा विच तुर, परमात्मा दे नाम दी दात मंग, इसे च तेरी भलाई है। मैनू गुणहीन नानक नूं सदा थिर प्रभु दा सिमरन रूप गुण मिल जाए। ते गुरु साहब कहंदे मैं नानक इसे बख्शिश नूं सब तो उच्ची वडियाई समझदा हां। फिर तो अपनी अरदास वाली गल गुरु साहब इत्थे दोहराउंदे ने कि परमात्मा दा नाम मिल जाए, परमात्मा दे नाम दे विच संतोख नाल रहण दी जाच मिल जाए, यही गुरु साहब कहंदे मेरे लिए सब तो उच्ची वडियाई है। सो इस दे नाल ही श्री गुरु ग्रंथ साहिब जी दे 421वें अंग की बाणी की व्याख्या की समाप्ति हुंदी है जी। अज की बाणी दे विचों असीं अरदास, सच्ची अरदास किहड़ी है ये जरूर समझ लईए। कोशिश करिए अगे तो जद कदे भी अरदास करिए, परमात्मा दे अगे बेनती करिए तां यही करिए कि परमात्मा सानू सोझी बख्श कि तेरे नाम दे विच, तेरी रज़ा दे विच असीं खुश रहिए, तेरे नाम दे विचों सानू संतोख मिल जाए। दुनियावी सुख सहूलतां दी अरदास ना करिए, बेनती ना करिए। इसे संदेश के नाल ही अज दी वीडियो की समाप्ति करते हैं जी। बुलाओ फतेह। वाहिगुरू जी का खालसा, वाहिगुरू जी की फतेह।